अस तुहानूं दस्सांगे कि आखिर कैनेडा ने किहड़ियां नवीं गाइडलाइनस जारी कीतियां ने। मेनली उन्होंने 5 मुद्दे कवर किए हैं। बिना आईलैट्स तो कैनेडा भी जाओ, इस गल 'च किन्नी कुछ सच्चाई? जिन्हां स्टूडेंट ने डोलिंगो टैसट ਦੇ ਨਾਲ ਐਪਲੀਕੇਸ਼ਨ ਆਪਣੀ ਲਗਾਈ ਸੀ, ਐਪਲੀਕੇਸ਼ਨ ਫਾਈਲ ਕੀਤੀ ਸੀ, ਉਹਨਾਂ ਨੂੰ ਵੀ ਕਲੀਅਰ ਕੱਟ ਮੇਲਸ ਜਾਣੀਆਂ ਸ਼ੁਰੂ ਹੋ ਗਈਆਂ ਨੇ। ਗਾਈਡਲਾਈਨਸ ਇਸ਼ੂ ਕਰਤੀਆਂ ਕਿ ਅਸੀਂ ਜਿਹੜੀ ਉਹਦੀ ਫੀਸ ਹੈ ਉਹ ਪੂਰੀ ਦੀ ਪੂਰੀ ਵਿਦਆਊਟ ਐਨੀ ਡਿਡਕਸ਼ਨ ਵਾਪਸ ਕਰ ਦਾਂਗੇ, ਜਿਹੜੀ ਸਟੂਡੈਂਟ ਲਈ ਬਹੁਤ ਵੱਡੀ ਖਬਰ ਹੈ। ਅਗਰ ਸਟੂਡੈਂਟ ਆਪਣੀ ਫੀਸ ਆਪਣੇ ਅਕਾਊਂਟ ਦੇ ਵਿੱਚੋਂ ਡਾਇਰੈਕਟਲੀ ਕਾਲਜ ਯੂਨੀਵਰਸਿਟੀ ਨੂੰ ਭੇਜ ਰਿਹਾ ਹੈ, ਕਿਸੇ ਵੀ ਏਜੰਟ ਦੇ ਖਾਤੇ ਦੇ ਵਿੱਚ ਨਹੀਂ ਦੇ ਰਿਹਾ ਤੇ ਉਹਨੂੰ ਕੈਸ਼ ਨਹੀਂ ਦੇ ਰਿਹਾ, ਤਾਂ ਸਟੂਡੈਂਟ ਦੀ ਫੀਸ 100% ਸੇਫ ਹੈ। ਤੇ ਜਿਨ੍ਹਾਂ ਦੇ 18 ਮਾਰਚ ਤੋਂ ਪਹਿਲਾਂ ਵੀਜ਼ਾ ਆ ਗਏ ਸੀ, ਉਹਦੇ ਵਿੱਚੋਂ ਵੀ ਬਹੁਤ ਸਾਰੇ ਬੱਚਿਆਂ ਨੂੰ ਕਲੈਰਿਟੀ ਨਹੀਂ ਹੈ ਕਿ ਕਿਹੜੇ ਇਸ ਟਾਈਮ ਤੇ ਜਾ ਸਕਦੇ ਨੇ। ਤੇ ਜਦੋਂ ਉੱਥੇ ਪੈਸੇ ਫਸਣੇ ਆ ਤਾਂ ਸਾਡੀ ਸਾਰੀ ਦੀ ਸਾਰੀ ਏਜੰਟ ਕਮਿਊਨਿਟੀ ਜਿਹੜੀ ਕਹੀ ਜਾਂਦੀ ਹੈ, ਉਹ ਸਾਰੀ ਦੀ ਸਾਰੀ ਬਦਨਾਮ ਹੁੰਦੀ ਹੈ ਕਿਸੇ ਇੱਕ ਬੰਦੇ ਕਰਕੇ। ਕਿਉਂਕਿ ਹਵਾ ਦੇ ਵਿੱਚ ਗੱਲਾਂ ਤਾਂ ਅੱਜ ਕੱਲ੍ਹ ਸਾਰੇ ਹੀ ਕਰਦੇ ਨੇ ਤੇ ਸੱਚੀ ਗੱਲ ਕੋਈ ਕਰਦਾ ਹੈ। ਦੋਸਤੋ, ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸੇ ਸੀ ਠੱਗ ਟਰੈਵਲ ਏਜੰਟਾਂ ਦੀ ਠੱਗੀ ਤੋਂ ਬਚਣ ਦੇ 4 ਤਰੀਕੇ। ਅੱਜ ਤੁਹਾਨੂੰ ਦੱਸਾਂਗੇ ਕਿ ਆਖਿਰ ਕੈਨੇਡਾ ਨੇ ਕਿਹੜੀਆਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਮੌਜੂਦ ਨੇ BSBW ਕਰੀਅਰ ਬਿਲਡਰਸ ਦੇ ਡਾਇਰੈਕਟਰ ਮਿਸਟਰ ਸੁਨੀਲ ਚੌਧਰੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਭਾਜੀ, ਸਵਾਗਤ ਹੈ ਤੁਹਾਡਾ ਦੇ ਖਬਰਸਾਰ ਤੇ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਮੈਂ ਤੁਹਾਡੀ ਪੂਰੀ ਟੀਮ ਦਾ ਤੇ ਖਬਰਸਾਰ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡਾ ਤੇ ਉਹਨਾਂ ਸਾਰਿਆਂ ਦਾ ਜੋ ਸਾਡੀ ਕੋਸ਼ਿਸ਼ ਹੈ ਕਿ ਰਾਈਟ ਇਨਫੋਰਮੇਸ਼ਨ ਰਾਈਟ ਪਰਸਨ ਤੱਕ ਪਹੁੰਚੇ। ਤੇ ਪਿਛਲੀ ਜਿਹੜੀ ਅਸੀਂ ਵੀਡੀਓ ਦੇ ਵਿੱਚ ਜੋ ਵੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਲੋਕਾਂ ਨੇ ਉਹਨੂੰ ਬਹੁਤ ਪਿਆਰ ਦਿੱਤਾ ਤੇ ਸਾਡੀ ਇਹੀ ਲੋਕਾਂ ਤੋਂ ਵੀ ਉਮੀਦ ਹੈ ਤੇ ਸਾਡੀ ਖੁਦ ਵੀ ਕੋਸ਼ਿਸ਼ ਰਹੇਗੀ ਕਿ ਅੱਗੇ ਨੂੰ ਅਸੀਂ ਸਹੀ ਇਨਫੋਰਮੇਸ਼ਨ ਜੋ ਹੈ ਉਹ ਪਹਿਲਾਂ ਦੀ ਤਰ੍ਹਾਂ ਦਿੰਦੇ ਰਹੀਏ। ਬਿਲਕੁਲ, ਕਿਉਂਕਿ ਹਵਾ ਦੇ ਵਿੱਚ ਗੱਲਾਂ ਤਾਂ ਅੱਜ ਕੱਲ੍ਹ ਸਾਰੇ ਹੀ ਕਰਦੇ ਨੇ ਤੇ ਸੱਚੀ ਗੱਲ ਕੋਈ ਕਰਦਾ ਹੈ। ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸੱਚੀ ਗੱਲ ਕਰੀਏ ਤਾਂ ਜੋ ਤੁਹਾਨੂੰ ਫੈਕਟਸ ਕਲੀਅਰ ਹੋ ਸਕਣ। ਭਾਜੀ, ਨਵੀਆਂ ਗਾਈਡਲਾਈਨਸ ਆਈਆਂ ਨੇ, ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ ਉਸ ਬਾਰੇ ਵੀ ਜਾਣਾਂਗੇ ਤੇ ਨਾਲੇ ਕਈ ਮਹਾਰਥੀ ਮੈਂ ਕਹਿੰਦੇ ਵੀ ਸੁਣੇ ਨੇ ਕਿ ਬਿਨਾ ਆਈਲੈਟਸ ਤੋਂ ਕੈਨੇਡਾ ਵੀ ਜਾਓ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਭਾਜੀ, ਫੈਕਟਸ ਦੇ ਨਾਲ ਗੱਲ ਕਰਾਂ ਤਾਂ 2 ਦਿਨ ਪਹਿਲਾਂ ਕੈਨੇਡੀਅਨ ਹਾਈ ਕਮਿਸ਼ਨ ਨੇ ਇੱਕ ਵੈਬੀਨਾਰ ਕੀਤਾ ਜਿਹਦੇ 'ਚ ਬਹੁਤ ਸਾਰੇ ਸਟੂਡੈਂਟਸ ਨੇ ਵੀ ਜੁਆਇਨ ਕੀਤਾ ਤੇ ਬਹੁਤ ਸਾਰੇ ਕੰਸਲਟੈਂਟ ਨੇ ਵੀ ਉਸ ਵੈਬੀਨਾਰ ਨੂੰ ਜੁਆਇਨ ਕੀਤਾ। ਉਸ ਵੈਬੀਨਾਰ ਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਇਹ ਇਨਫੋਰਮੇਸ਼ਨ ਦੇ ਦਿੱਤੀ ਹੈ ਕਿ ਅਗਰ ਤੁਸੀਂ ਕੈਨੇਡਾ ਦਾ ਵੀਜ਼ਾ ਫਾਈਲ ਕਰਨਾ ਹੈ, SDS ਕੈਟਾਗਰੀ ਦੇ ਅੰਡਰ ਫਾਈਲ ਕਰਨਾ ਹੈ, ਤਾਂ ਵਿਦਆਊਟ ਆਇਲਸ ਨਹੀਂ ਹੋ ਸਕਦਾ। SDS ਕੈਟਾਗਰੀ ਦੇ ਅੰਡਰ ਅਗਰ ਕਿਸੇ ਬੱਚੇ ਨੇ ਵੀਜ਼ਾ ਫਾਈਲ ਕਰਨਾ ਤਾਂ ਸਿਰਫ ਤੇ ਸਿਰਫ ਇੱਕੋ ਤਰੀਕਾ ਹੈ, ਆਇਲਸ ਕਰਕੇ ਫਾਈਲ ਕੀਤਾ ਜਾਵੇ। ਹਾਂ, ਜਿਹੜਾ ਬੱਚਾ ਜਨਰਲ ਕੈਟਾਗਰੀ ਦੇ ਵਿੱਚ ਫਾਈਲ ਕਰ ਰਿਹਾ ਉਹ ਆਇਲਸ ਨਾਲ ਕਰ ਸਕਦਾ ਹੈ, PT ਨਾਲ ਕਰ ਸਕਦਾ ਤੇ ਟੋਫਲ ਨਾਲ ਕਰ ਸਕਦਾ ਹੈ। ਇਹਨਾਂ ਤਿੰਨਾਂ ਤੋਂ ਇਲਾਵਾ ਚੌਥਾ ਕੋਈ ਹੋਰ ਟੈਸਟ ਨਹੀਂ ਹੈ। ਜਿੱਦਾਂ ਕਿ ਪਹਿਲਾਂ ਕਿਹਾ ਗਿਆ ਸੀ ਕਿ ਕਈਆਂ ਨੇ ਇਹ ਚੀਜ਼ ਕਹੀ ਕਿ ਜਿਹੜਾ ਡਿਓਲਿੰਗੋ ਟੈਸਟ ਹੈ ਉਹ ਆਇਲਸ ਦਾ ਰਿਪਲੇਸਮੈਂਟ ਆ ਗਈ ਹੈ, ਆਇਲਸ ਕਰਨ ਦੀ ਲੋੜ ਨਹੀਂ ਪੈਣੀ, ਪੰਜਾਬੀਆਂ ਦਾ ਆਇਲਸ ਤੋਂ ਖਹਿੜਾ ਛੁੱਟ ਗਿਆ ਹੈ। ਤਾਂ ਉਹ ਸਾਰੀਆਂ ਚੀਜ਼ਾਂ ਦਾ ਇੱਕ ਕਲੀਅਰ ਕੱਟ ਜਵਾਬ ਅੰਬੈਸੀ ਨੇ ਦੇ ਦਿੱਤਾ ਹੈ ਕਿ ਆਇਲਸ ਤੋਂ ਬਿਨਾਂ ਹੋਰ ਕੋਈ ਰਾਹ ਹੈ ਨਹੀਂ ਅਗਰ SDS ਕੈਟਾਗਰੀ 'ਚ ਅਪਲਾਈ ਕਰਨਾ ਹੈ। ਹਾਂ, ਨੌਨ SDS ਦੇ ਵਿੱਚ PT ਤੇ ਟੋਫਲ ਦੋਨੋਂ ਐਕਸੈਪਟੇਬਲ ਹੈਗੇ ਆ। ਜਿਨ੍ਹਾਂ ਸਟੂਡੈਂਟ ਨੇ ਡੋਲਿੰਗੋ ਟੈਸਟ ਦੇ ਨਾਲ ਐਪਲੀਕੇਸ਼ਨ ਆਪਣੀ ਲਗਾਈ ਸੀ, ਐਪਲੀਕੇਸ਼ਨ ਫਾਈਲ ਕੀਤੀ ਸੀ, ਉਹਨਾਂ ਨੂੰ ਵੀ ਕਲੀਅਰ ਕੱਟ ਮੇਲਸ ਜਾਣੀਆਂ ਸ਼ੁਰੂ ਹੋ ਗਈਆਂ ਤੇ ਟਾਈਮ ਅੰਬੈਸੀ ਵੱਲੋਂ 2 ਮਹੀਨੇ 3 ਮਹੀਨੇ ਦਾ ਦਿੱਤਾ ਜਾ ਰਿਹਾ। ਮੈਂ ਤੁਹਾਨੂੰ ਉਹ ਜਿਹੜੀ ਨੋਟੀਫਿਕੇਸ਼ਨ ਆਈ ਹੈ ਉਹ ਵੀ ਪ੍ਰੋਵਾਈਡ ਕਰ ਦੂੰਗਾ, ਤੁਸੀਂ ਇਹਦੇ ਵੀਡੀਓ ਦੇ ਐਂਡ ਦੇ ਵਿੱਚ ਲਗਾ ਵੀ ਦਿਓ ਤਾਂ ਕਿ ਲੋਕ ਦੇਖ ਲੈਣ। ਤਾਂ ਉਹਨਾਂ ਨੇ ਕਲੀਅਰ ਕੱਟ ਕਹਿਤਾ ਹੈ ਕਿ ਤੁਸੀਂ ਵਿਦਆਊਟ ਆਇਲਸ ਅਪਲਾਈ ਨਹੀਂ ਕਰ ਸਕਦੇ। ਤੇ ਜਿਹੜੇ ਮਹਾਰਥੀ ਇਹ ਕਹਿੰਦੇ ਸੀ ਵੀ ਪੰਜਾਬੀਆਂ ਦਾ ਆਈਲੈਟਸ ਤੋਂ ਖਹਿੜਾ ਛੁੱਟ ਗਿਆ, ਉਹ ਕਹਿਣ ਦੇ ਪਿੱਛੇ ਮਕਸਦ ਕੀ ਸੀ? ਜ਼ਿਆਦਾ ਤੋਂ ਜ਼ਿਆਦਾ ਐਡਮਿਸ਼ਨਾਂ ਖਿੱਚਣੀਆਂ, ਜ਼ਿਆਦਾ ਤੋਂ ਜ਼ਿਆਦਾ ਲੋਕ ਪਹਿਲਾਂ ਜਿਹੜੇ ਉਹਨਾਂ ਕੋਲ ਆ ਜਾਣ ਤੇ ਉਹਨਾਂ ਦੀ ਐਡਮਿਸ਼ਨਾਂ ਉਹਨਾਂ ਕੋਲ ਆ ਜਾਣ ਤਾਂ ਕਿ ਉਹ ਕਿਸੇ ਹੋਰ ਕੋਲ ਨਾ ਜਾ ਸਕਣ। ਐਡਮਿਸ਼ਨਾਂ ਖਿੱਚਣੀਆਂ ਜਾਂ ਫਿਰ ਜਿਹੜੇ ਪੈਸਾ ਖਿੱਚਣਾ ਜਾਂ ਫਿਰ ਜਿਹੜੇ ਬੱਕਰੇ ਨੇ ਉਹ ਖਿੱਚਣੇ? ਅਲਟੀਮੇਟ ਟਾਰਗੇਟ ਤਾਂ ਉਹੀ ਹੈ। ਅਗਰ ਕਿਸੇ ਨੂੰ ਫਸਾ ਕੇ ਰੱਖਿਆ ਜਾਊਗਾ, ਅਗਰ ਐਡਮਿਸ਼ਨਾਂ ਕੋਲ ਆਉਣਗੀਆਂ ਤਾਂ ਉਹ ਐਡਮਿਸ਼ਨਾਂ ਨਹੀਂ ਕੱਲ੍ਹ ਨੂੰ ਪੈਸਿਆਂ ਦੇ ਵਿੱਚ ਕਨਵਰਟ ਹੋਣਾ। ਤਾਂ ਦੇਖੋ, ਧੋਖੇਬਾਜ਼ਾਂ ਕੋਲੋਂ ਬਚੋ, ਅਸੀਂ ਹਰ ਵਾਰ ਇਹੀ ਕਹਿੰਦੇ ਹਾਂ ਤੇ ਸਾਡਾ ਮਕਸਦ ਇਹੀ ਹੁੰਦਾ ਹੈ ਕਿ ਤੁਸੀਂ ਜਾਗਰੂਕ ਹੋ ਸਕੋ, ਤੁਹਾਨੂੰ ਪਤਾ ਚੱਲ ਸਕੇ ਕਿ ਆਖਰ ਸਹੀ ਕੀ ਹੈ ਤੇ ਗਲਤ ਕੀ ਹੈ। ਭਾਜੀ, ਨਵੀਆਂ ਗਾਈਡਲਾਈਨਸ ਜੋ ਆਈਆਂ ਨੇ ਉਹ ਸਟੂਡੈਂਟਸ ਦੇ ਲਈ ਚੰਗੀ ਖਬਰ ਲੈ ਕੇ ਆਈਆਂ ਨੇ ਜਾਂ ਫਿਰ ਮਾੜੀ ਖਬਰ ਲੈ ਕੇ ਆਈਆਂ ਨੇ?
ਭਾਜੀ ਮੈਕਸਿਮਮ ਅਗਰ ਗੱਲ ਕਰੀਏ ਤਾਂ ਮੇਨਲੀ ਉਹਨਾਂ ਨੇ 5 ਮੁੱਦੇ ਕਵਰ ਕੀਤੇ ਆ। 5 ਦੇ ਵਿੱਚੋਂ ਮੈਂ ਕਹਿੰਦਾ 5 ਦੇ 5 ਵੈਸੇ ਤਾਂ ਸਟੂਡੈਂਟ ਦੀ ਫੇਵਰ ਦੇ ਵਿੱਚ ਜਾ ਰਹੇ ਆ, ਪਰ ਕੁਝ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਸਟੂਡੈਂਟ ਨੂੰ ਗੌਰ ਕਰਨ ਵਾਲੀਆਂ, ਧਿਆਨ ਦੇ ਵਿੱਚ ਰੱਖਣ ਵਾਲੀਆਂ। 5 ਚੋਂ ਪਹਿਲੀ ਆਪਾਂ ਆਇਲਸ ਦੀ ਗੱਲ ਕਰ ਚੁੱਕੇ ਹਾਂ ਜੀ। ਦੂਜਾ ਹੈਗਾ ਸਪੈਸ਼ਲੀ ਉਹਨਾਂ ਨੇ ਸੈਪਟੈਂਬਰ ਇਨਟੇਕ ਲਈ ਸੈਪਟੈਂਬਰ ਇਨਟੇਕ ਨੂੰ ਏਮ ਕਰਦੇ ਹੋਏ ਉਹ ਗਾਈਡਲਾਈਨਸ ਇਸ਼ੂ ਕੀਤੀਆਂ, ਕਿਉਂਕਿ ਸੈਪਟੈਂਬਰ ਇਨਟੇਕ ਜਿਹੜਾ ਬਹੁਤ ਵੱਡਾ ਇਨਟੇਕ ਹੁੰਦਾ। ਜੇ ਅਸੀਂ ਗੱਲ ਕਰੀਏ ਸਾਲ ਦੀਆਂ ਸਾਰੀਆਂ ਐਡਮਿਸ਼ਨਸ ਦੇ ਵਿੱਚੋਂ 60% 70% ਐਡਮਿਸ਼ਨ ਸਿਰਫ ਸੈਪਟੈਂਬਰ ਇਨਟੇਕ ਦੇ ਵਿੱਚ ਹੁੰਦੀ ਹੈ। ਤਾਂ ਉਹਨਾਂ ਨੇ ਸੈਪਟੈਂਬਰ ਨੂੰ ਏਮ ਕਰਕੇ ਕਿਹਾ ਕਿ ਕੋਵਿਡ ਦੇ ਕਰਕੇ ਫਲਾਈਟ ਸਿਸਟਮ 'ਤੇ ਚੱਲ ਨਹੀਂ ਰਹੀਆਂ, VFS ਆਫਿਸਿਸ ਬੰਦ ਪਏ ਆ, ਬਾਇਓਮੈਟ੍ਰਿਕ ਹੋ ਨਹੀਂ ਰਹੇ, ਤਾਂ ਕੈਨੇਡੀਅਨ ਗਵਰਨਮੈਂਟ ਦਾ ਜੋ ਇਸ ਟਾਈਮ ਝੁਕਾਅ ਹੈ ਕਿ ਬੱਚੇ ਆਨਲਾਈਨ ਸਟੱਡੀ ਕਰਨ। ਤਾਂ ਜਦੋਂ ਉਹਨਾਂ ਨੇ ਆਨਲਾਈਨ ਸਟੱਡੀ ਨੂੰ ਪ੍ਰਮੋਟ ਕਰਨ ਲਈ ਇੱਕ 2-ਵੇ ਪ੍ਰੋਸੀਜਰ ਸਟਾਰਟ ਕੀਤਾ ਸੀ ਕਿ ਬੱਚਾ ਸਾਰੇ ਡਾਕੂਮੈਂਟਸ ਦੇ ਨਾਲ ਅਪਲਾਈ ਕਰੇ। ਪਹਿਲਾਂ ਉਹਦਾ AIP ਆਊਗਾ ਤੇ AIP ਦੇ ਨਾਲ ਉਹ ਆਨਲਾਈਨ ਸਟੱਡੀ ਕੰਟੀਨਿਊ ਕਰ ਪਾਊਗਾ, ਤੇ ਜਦੋਂ ਦੁਬਾਰਾ VFS ਆਫਿਸਿਸ ਖੁੱਲ੍ਹਣਗੇ ਤੇ ਫਲਾਈਟਸ ਖੁੱਲ੍ਹਣਗੀਆਂ ਉਦੋਂ ਨੂੰ ਉਹਦੇ ਬਾਇਓਮੈਟ੍ਰਿਕ ਹੋਣ ਤੋਂ ਬਾਅਦ ਉਹਦਾ ਪਾਸਪੋਰਟ ਸਟੈਂਪ ਹੋ ਕੇ ਆ ਜਾਏਗਾ ਤੇ ਉਹ ਟਰੈਵਲ ਕਰ ਪਾਏਗਾ। ਹੁਣ ਉਹਨਾਂ ਨੇ ਇਹਦੇ ਵਿੱਚ ਕਲੈਰਿਟੀ ਦੇ ਦਿੱਤੀ ਹੈ ਕਿ ਪਹਿਲਾਂ ਤਾਂ ਇਹ ਜਿਹੜਾ 2-ਵੇ ਪ੍ਰੋਸੈਸ ਹੈਗਾ ਹੈ ਇਹ ਸਿਰਫ ਤੇ ਸਿਰਫ ਸੈਪਟੈਂਬਰ ਇਨਟੇਕ ਦੇ ਲਈ ਹੈ, ਤੇ ਸੈਪਟੈਂਬਰ ਇਨਟੇਕ ਦੇ ਵਿੱਚ ਵੀ ਉਹਨਾਂ ਨੇ ਹੁਣ ਇਹ ਚੀਜ਼ ਕਲੀਅਰ ਕਰ ਦਿੱਤੀ ਹੈ ਕਿ ਅਗਰ ਤੁਸੀਂ ਹਾਲੇ ਆਨਲਾਈਨ ਪੜ੍ਹਨਾ ਨਹੀਂ ਚਾਹੁੰਦੇ ਤਾਂ ਤੁਸੀਂ ਸੈਪਟੈਂਬਰ ਛੱਡ ਕੇ ਜਨਵਰੀ ਇਨਟੇਕ ਅਪਲਾਈ ਕਰ ਸਕਦੇ ਹੋ। ਤੇ ਸੈਪਟੈਂਬਰ ਇਨਟੇਕ ਦੇ ਵਿੱਚ ਜਿਹਨੇ ਅਪਲਾਈ ਕਰਨਾ ਹੈ ਤਾਂ ਬੱਚੇ ਨੂੰ ਇੱਕ ਇਹ ਵੀ ਵੱਡੀ ਕਨਫਿਊਜ਼ਨ ਸੀ ਕਿ ਅਗਰ ਮੈਂ ਆਨਲਾਈਨ ਸਟੱਡੀ ਕਰਦਾ ਜੀ, ਖੁਦਾ ਨਾ ਖਾਸਤਾ ਪਹਿਲਾਂ AIP ਇੱਕ ਬੱਚੇ ਦਾ ਆ ਜਾਂਦਾ ਹੈ ਤੇ ਉਹ ਆਨਲਾਈਨ ਸਟੱਡੀ ਸ਼ੁਰੂ ਕਰ ਲੈਂਦਾ ਹੈ, ਕੱਲ ਨੂੰ ਕਿਸੇ ਹੋਰ ਵਜ੍ਹਾ ਕਰਕੇ ਅਗਰ ਉਹਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਜਿਹੜਾ ਉਹਨੇ ਪੜ੍ਹ ਲਿਆ ਤਾਂ ਕਾਲਜ ਨੇ ਉਹਦੀ ਫੀਸ ਵਾਪਸ ਨਹੀਂ ਕਰਨੀ, ਕਿਉਂਕਿ ਪੈਸਾ ਬਹੁਤ ਮੈਟਰ ਕਰਦਾ ਹੈ ਭਾਜੀ। ਤੇ ਬੱਚਿਆਂ ਨੂੰ ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹ ਸਵਾਲ ਸੀ ਕਿ ਪੈਸਾ ਸਾਡਾ ਆਏਗਾ ਵਾਪਸ ਜਾਂ ਡੁੱਬ ਜਾਏਗਾ। ਹਾਂਜੀ, ਉਹਨਾਂ ਨੇ ਇਹ ਚੀਜ਼ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਅਗਰ ਸਟੂਡੈਂਟ ਆਨਲਾਈਨ ਸਟੱਡੀ ਕਰ ਰਿਹਾ ਹੈ ਤੇ ਉਹ ਇੱਕ ਤਾਂ ਉਹਨਾਂ ਨੇ ਇਹ ਕਲੀਅਰ ਕਰਤਾ ਕਿ 50% ਤੱਕ ਸਟੱਡੀ ਤੁਸੀਂ ਆਨਲਾਈਨ ਕਰ ਸਕਦੇ ਹੋ। ਅਗਰ ਉਹ 50% ਆਨਲਾਈਨ ਸਟੱਡੀ ਤੁਸੀਂ ਇੰਡੀਆ ਦੇ ਵਿੱਚ ਕਰਦੇ ਹੋ ਤਾਂ ਕੱਲ ਨੂੰ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਜਾਂ ਵਰਕ ਪਰਮਿਟ ਫਾਈਲ ਕਰਦੇ ਹੋ ਤਾਂ ਉਹਦੇ ਤੇ ਕੋਈ ਇਫੈਕਟ ਨਹੀਂ ਹੋਏਗਾ, ਜਿੱਦਾਂ ਪਹਿਲਾਂ ਵਰਕ ਪਰਮਿਟ ਮਿਲਦਾ ਸੀ ਉਹ ਉੱਦਾਂ ਹੀ ਮਿਲੇਗਾ। ਤੇ ਦੂਜੀ ਚੀਜ਼ ਉਹਨਾਂ ਨੇ ਇਹ ਕਲੀਅਰ ਕਰ ਦਿੱਤੀ ਹੈ ਕਿ AIP ਇਸ਼ੂ ਕਰਨ ਤੋਂ ਪਹਿਲਾਂ ਫਾਰਮੈਲਿਟੀਜ਼ ਸਾਰੀਆਂ ਉਹੀ ਨੇ ਜੋ ਪਹਿਲਾਂ ਵੀਜ਼ਾ ਦੇਣ ਦੇ ਟਾਈਮ ਤੇ ਹੁੰਦੀਆਂ ਸੀ, ਉਹਦੇ 'ਚ ਕੋਈ ਰਿਲੈਕਸੇਸ਼ਨ ਨਹੀਂ ਹੈ। ਆਇਲਸ ਉਹਨਾਂ ਨੇ ਦੇਖਣਾ ਹੈ, ਬੱਚੇ ਦਾ ਅਕੈਡਮਿਕ ਉਹਨਾਂ ਨੇ ਦੇਖਣਾ ਹੈ, ਤੇ ਕਾਲਜ ਵੱਲੋਂ ਜਿਸ ਕਾਲਜ ਨੇ ਐਡਮਿਸ਼ਨ ਦਿੱਤੀ ਹੈ ਐਡਮਿਸ਼ਨ ਦਾ ਕ੍ਰਾਈਟੇਰੀਆ ਕੀ ਹੈ ਕਿ ਬੱਚਾ ਵੀਜ਼ਾ ਦੀਆਂ ਜੋ ਨੋਰਮਸ ਹੈਗੀਆਂ ਉਹ ਫੁੱਲਫਿਲ ਕਰ ਰਿਹਾ ਹੈ, ਬੱਚੇ ਦੇ ਫਾਈਨੈਂਸਿਸ ਜਿੱਦਾਂ GIC ਜਿਹਨੇ ਪੇ ਕੀਤਾ ਜਾਂ GIC ਨਹੀਂ ਪੇ ਕਰ ਰਿਹਾ, ਕੋਈ ਫੰਡਸ ਦਿਖਾ ਰਿਹਾ, ਤਾਂ ਉਹ ਸਾਰੀਆਂ ਨੋਰਮਸ ਅਗਰ ਬੱਚਾ ਪੂਰੀਆਂ ਕਰ ਰਿਹਾ ਤਾਂ ਹੀ ਉਹਨੂੰ AIP ਮਿਲੇਗਾ। AIP ਤੋਂ ਬਾਅਦ ਸਿਰਫ 2 ਚੀਜ਼ਾਂ ਰਹਿ ਜਾਣੀਆਂ ਕਿ ਇੱਕ ਬੱਚਾ, ਕਿਉਂਕਿ ਕਈ ਐਸੀਆਂ ਸਟੇਟਸ ਹੈਗੀਆਂ ਜਿੱਥੇ ਹਲੇ ਮੈਡੀਕਲ ਨਹੀਂ ਹੋ ਰਿਹਾ, ਪੰਜਾਬ ਦੇ ਵਿੱਚ ਬਹੁਤੀਆਂ ਜਗ੍ਹਾ ਮੈਡੀਕਲ ਸ਼ੁਰੂ ਹੋ ਗਿਆ, ਬੱਚਾ ਪਹਿਲਾਂ ਮੈਡੀਕਲ ਦੇ ਨਾਲ ਫਾਈਲ ਲਾ ਸਕਦਾ ਹੈ। ਜਿੱਥੇ ਮੈਡੀਕਲ ਦੀਆਂ ਫੈਸਿਲਿਟੀਜ਼ ਹਲੇ ਨਹੀਂ ਹੈ ਉਹਨਾਂ ਨੇ ਉਹਨੂੰ ਦੂਜੇ ਸਟੈਪ 'ਚ ਰੱਖਿਆ ਕਿ ਬੱਚਾ ਮੈਡੀਕਲ ਕਰਵਾ ਕੇ ਤੇ ਬਾਇਓਮੈਟ੍ਰਿਕ ਉਸ ਟਾਈਮ ਤੇ ਦੇ ਸਕਦਾ ਹੈ। ਹੁਣ ਬੱਚੇ ਨੂੰ ਇਹ ਕਲੈਰਿਟੀ ਨਹੀਂ ਸੀ ਕਿ ਦੂਜੇ ਸਟੈਪ ਦੇ ਵਿੱਚ ਕੀ ਦੇਖਿਆ ਜਾਣਾ, ਕਿਉਂਕਿ ਐਮਬੈਸੀ ਨੇ ਇਹ ਚੀਜ਼ ਕਹੀ ਸੀ ਕਿ ਦੂਜੇ ਸਟੈਪ ਤੇ AIP ਨੂੰ ਫਾਈਨਲ ਵੀਜ਼ਾ ਨਾ ਸਮਝਿਓ, ਦੂਜੇ ਸਟੈਪ ਤੇ ਵੀ ਤੁਹਾਡੀ ਅਸੀਂ ਐਪਲੀਕੇਸ਼ਨ ਰਿਫਿਊਜ਼ ਕਰ ਸਕਦੇ ਹਾਂ। ਹੁਣ ਉਹਨਾਂ ਨੇ ਤੇ ਕਲੈਰਿਟੀ ਦੇਤੀ ਹੈ ਕਿ ਦੂਜੇ ਸਟੈਪ ਦੇ ਵਿੱਚ ਰਿਫਿਊਜ਼ ਕਿਹੋ ਜਿਹੇ ਕੇਸਾਂ ਨੂੰ ਕੀਤਾ ਜਾ ਸਕਦਾ ਹੈ। ਸਪੋਜ਼ ਇੱਕ ਬੱਚੇ ਨੇ ਫਾਈਲ ਲਾਈ ਹੈ, ਉਹਦਾ AIP ਆ ਗਿਆ ਤੇ ਉਹ ਆਨਲਾਈਨ ਸਟੱਡੀ ਸਟਾਰਟ ਕਰ ਰਿਹਾ, ਪਰ ਉਹਦੀ ਪਹਿਲਾਂ ਕੋਈ ਕੈਨੇਡਾ ਦੇ ਰਿਫਿਊਜ਼ਲ ਸੀ, ਉਹਨੇ ਫਾਈਲ ਦੇ ਵਿੱਚ ਡਿਸਕਲੋਜ਼ ਨਹੀਂ ਕੀਤਾ, ਤਾਂ ਉਹਦਾ AIP ਕੈਂਸਲ ਹੋ ਸਕਦਾ ਹੈ। ਜਾਂ ਉਹਦੀ ਕੋਈ US ਦੀ ਪ੍ਰੀਵੀਅਸ ਰਿਫਿਊਜ਼ਲ ਰਹੀ ਹੈ ਤਾਂ ਵੀ ਉਹਦਾ AIP ਕੈਂਸਲ ਹੋ ਸਕਦਾ। ਸੋ ਇੱਦਾਂ ਦੀਆਂ ਮਿਸਲੀਡਿੰਗ ਇਨਫੋਰਮੇਸ਼ਨ ਅਗਰ ਉਹਨੇ ਕੋਈ ਪਹਿਲਾਂ ਦਿੱਤੀ ਹੈ ਆਪਣੀ ਫਾਈਲ ਦੇ ਵਿੱਚ ਤੇ ਉਹਨੂੰ AIP ਆ ਗਿਆ ਹੈ ਤਾਂ ਉਹ ਇਹ ਨਾ ਸਮਝੇ ਕਿ ਉਹਦਾ ਵੀਜ਼ਾ ਵੀ ਆਊਗਾ, ਕੱਲ ਨੂੰ ਉਹਦਾ ਵੀਜ਼ਾ ਨਹੀਂ ਵੀ ਆ ਸਕਦਾ, ਵੀਜ਼ਾ ਦੇ ਟਾਈਮ ਤੇ ਜਾਂ ਸਟੈਂਪਿੰਗ ਦੇ ਟਾਈਮ ਤੇ ਉਹਨੂੰ ਫਿਰ ਰਿਜੈਕਸ਼ਨ ਮਿਲ ਸਕਦੀ ਹੈ। ਔਰ ਕਾਲਜਿਸ ਵੱਲੋਂ ਵੱਡੀ ਰਾਹਤ ਦੀ ਖਬਰ ਕੁਝ ਕਾਲਜਿਸ ਵੱਲੋਂ ਸਟੂਡੈਂਟ ਲਈ ਇਹ ਹੋਈ ਹੈ ਕਿ ਅਗਰ ਸਟੂਡੈਂਟ ਆਨਲਾਈਨ ਸਟੱਡੀ ਸ਼ੁਰੂ ਕਰ ਲੈਂਦਾ ਹੈ ਤੇ ਕੱਲ ਨੂੰ ਕਿਸੇ ਵੀ ਕਾਰਨ ਕਰਕੇ ਅਗਰ ਸਟੂਡੈਂਟ ਦਾ ਜਿਹੜਾ ਵੀਜ਼ਾ ਹੈ ਉਹ ਨਹੀਂ ਲੱਗਦਾ, ਸਟੂਡੈਂਟ ਕੈਨੇਡਾ ਨਹੀਂ ਆ ਪਾਉਂਦਾ, ਤਾਂ ਕੁਝ ਇੱਕ ਕਾਲਜਿਸ ਨੇ, ਚੰਗੇ ਕਾਲਜਿਸ ਨੇ ਗਾਈਡਲਾਈਨਸ ਇਸ਼ੂ ਕਰਤੀਆਂ ਕਿ ਅਸੀਂ ਜਿਹੜੀ ਉਹਦੀ ਫੀਸ ਹੈ ਉਹ ਪੂਰੀ ਦੀ ਪੂਰੀ ਵਿਦਆਊਟ ਐਨੀ ਡਿਡਕਸ਼ਨ ਵਾਪਸ ਕਰ ਦਾਂਗੇ, ਜਿਹੜੀ ਸਟੂਡੈਂਟ ਲਈ ਬਹੁਤ ਵੱਡੀ ਖਬਰ ਹੈ। ਨਹੀਂ ਬਿਲਕੁਲ, ਮਤਲਬ ਕਿ ਜੇਕਰ ਤੁਹਾਡਾ ਵੀਜ਼ਾ ਨਹੀਂ ਲੱਗਦਾ ਕਿਸੇ ਕਾਰਨਵਸ਼, ਤੁਸੀਂ ਆਨਲਾਈਨ ਸਟੱਡੀ ਵੀ ਕਰ ਚੁੱਕੇ ਹੋ, ਤਾਂ ਵੀ ਤੁਹਾਡੇ ਜਿਹੜੇ ਪੈਸੇ ਨੇ ਉਹ ਵਾਪਸ ਮਿਲਣਗੇ। ਬਿਲਕੁਲ ਇਹੀ ਗੱਲ ਹੈ। ਬਿਲਕੁਲ ਇਹੀ, ਪਰ ਅਗਰ ਸਟੂਡੈਂਟ ਨੇ ਕੋਈ ਮਿਸਲੀਡਿੰਗ ਇਨਫੋਰਮੇਸ਼ਨ ਦਿੱਤੀ ਹੈ ਤਾਂ ਉਹਦੇ ਵਿੱਚ ਫਿਰ ਸਟੂਡੈਂਟ ਦਾ ਤੇ ਉਸ ਕਾਲਜ ਦਾ ਮਸਲਾ ਆਪਸ ਦੇ ਵਿੱਚ ਹੈ, ਉਹ ਫਿਰ ਸਟੂਡੈਂਟ ਨੂੰ ਖੁਦ ਹੀ ਕਲੀਅਰ ਕਰਨਾ ਪੈਣਾ। ਨਹੀਂ ਬਿਲਕੁਲ ਸਹੀ ਗੱਲ ਹੈ ਨਾ ਵੀ ਸੱਚ ਬੋਲੋਗੇ ਤਾਂ ਮੇਰੇ ਖਿਆਲ ਦੇ ਵਿੱਚ ਪੈਸੇ ਵੀ ਮੁੜ ਕੇ ਆਉਣਗੇ, ਜੇ ਤੁਸੀਂ ਵੀ ਮਿਸਲੀਡ ਕਰੋਗੇ ਤਾਂ ਪੈਸੇ ਤਾਂ ਡੁੱਬਣਗੇ ਹੀ,
ਕਰੀਅਰ ਖਰਾਬ ਹੋਏਗਾ ਉਹ ਅਲੱਗ। ਭਾਜੀ ਇੱਕ ਮੈਂ ਇੱਥੇ ਸਵਾਲ ਹੋਰ ਕਰਨਾ ਚਾਹਾਂਗਾ, ਜਿਵੇਂ ਤੁਸੀਂ ਕਿਹਾ ਕੁਝ ਕਾਲਜਿਸ ਨੇ ਇਹ ਰੱਖਿਆ ਕਿ ਬੱਚਿਆਂ ਦੀ ਅਸੀਂ ਫੀਸ ਵਾਪਸ ਕਰ ਦਾਂਗੇ ਜੇ ਵੀਜ਼ਾ ਰਿਫਿਊਜ਼ ਹੁੰਦਾ ਹੈ, ਜੇਕਰ ਉਹ ਆਨਲਾਈਨ ਸਟੱਡੀ ਕਰ ਚੁੱਕੇ ਨੇ। ਹਾਂਜੀ। ਹੋ ਸਕਦਾ ਹੈ ਇਹ ਪੋਸੀਬਿਲਿਟੀ ਹੈਗੀ ਹੈ ਵੀ ਕੁਝ ਇੱਥੇ ਅਜਿਹੇ ਏਜੰਟਸ ਵੀ ਹੋਣ ਜੋ ਇਹ ਗੱਲ ਸਟੂਡੈਂਟਸ ਨੂੰ ਨਾ ਦੱਸਣ ਅਤੇ ਜਿਹੜੀ ਫੀਸ ਵਾਪਸ ਹੋਣੀ ਹੈ ਉਹ ਆਪ ਹਜਮ ਕਰ ਜਾਣ। ਦੇਖੋ ਪੋਸੀਬਿਲਿਟੀ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ, ਪਰ ਜਿੱਦਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਸਟੂਡੈਂਟ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਅਗਰ ਸਟੂਡੈਂਟ ਆਪਣੀ ਫੀਸ ਆਪਣੇ ਅਕਾਊਂਟ ਦੇ ਵਿੱਚੋਂ ਡਾਇਰੈਕਟਲੀ ਕਾਲਜ ਯੂਨੀਵਰਸਿਟੀ ਨੂੰ ਭੇਜ ਰਿਹਾ ਹੈ, ਕਿਸੇ ਵੀ ਏਜੰਟ ਦੇ ਖਾਤੇ ਦੇ ਵਿੱਚ ਨਹੀਂ ਦੇ ਰਿਹਾ ਤੇ ਉਹਨੂੰ ਕੈਸ਼ ਨਹੀਂ ਦੇ ਰਿਹਾ, ਤਾਂ ਸਟੂਡੈਂਟ ਦੀ ਫੀਸ 100% ਸੇਫ ਹੈ। ਵਾਪਸ ਆਏਗੀ ਤਾਂ ਸਟੂਡੈਂਟ ਦੇ ਖਾਤੇ 'ਚ ਹੀ ਆਏਗੀ, ਕੋਈ ਵੀ ਏਜੰਟ ਉਹਨੂੰ ਵਾਪਸ ਕਿਸੇ ਵੀ ਤਰੀਕੇ ਨਹੀਂ ਮੰਗਵਾ ਸਕਦਾ। ਇਹੀ ਚੀਜ਼ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਹੀ ਸੀ, ਇਹੀ ਮੈਂ ਹੁਣ ਕਹਿਣਾ ਹੈ ਕਿ ਬੱਚਾ ਜਿਹੜੀ ਫੀਸ ਹੈ ਉਹ ਆਪਣੇ ਖਾਤੇ 'ਚੋਂ ਟਰਾਂਸਫਰ ਕਰੇ। ਭੁੱਲ ਕੇ ਵੀ ਕਿਸੇ ਨੂੰ ਫੀਸ ਕੈਸ਼ ਦੇਣ ਦੀ ਜ਼ਰੂਰਤ ਨਹੀਂ ਹੈ, ਕਿਸੇ ਦੇ ਅਕਾਊਂਟ 'ਚ ਦੇਣ ਦੀ ਜ਼ਰੂਰਤ ਨਹੀਂ ਹੈ। ਜਦੋਂ ਆਫਰ ਲੈਟਰ ਆਉਂਦੀ ਹੈ ਉਹਦੇ 'ਤੇ ਕਲੀਅਰ ਕੱਟ ਕਾਲਜਿਸ ਦੀ ਯੂਨੀਵਰਸਿਟੀ ਦੀ ਅਕਾਊਂਟ ਡਿਟੇਲ ਮੈਂਸ਼ਨ ਹੁੰਦੀ ਹੈ, ਤਾਂ ਡਾਇਰੈਕਟਲੀ ਬੱਚਾ ਜਿਹੜੀ ਆਪਣੀ ਫੀਸ ਹੈ ਉੱਥੇ ਆਪਣੇ ਆਪ ਜਮ੍ਹਾਂ ਕਰਵਾਵੇ। ਅਤੇ ਅਜਿਹੇ ਕਾਲਜਿਸ ਬਾਰੇ 'ਚ ਜਾਣਕਾਰੀ ਲੈਣੀ ਹੋਵੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ? ਬਿਲਕੁਲ ਜੀ, ਬਿਲਕੁਲ ਕੀਤਾ ਜਾ ਸਕਦਾ। ਵੈਸੇ ਕਾਲਜਿਸ ਦੀ ਵੈਬਸਾਈਟ ਦੇ ਉੱਪਰ ਹਰ ਕਾਲਜ ਜਿਹੜਾ ਇਹ ਫੈਸਿਲਿਟੀ ਪ੍ਰੋਵਾਈਡ ਕਰ ਰਿਹਾ ਉਹਨੇ ਆਪਣੀ ਵੈਬਸਾਈਟ ਦੇ ਉੱਪਰ ਅਪਡੇਟ ਕੀਤਾ ਹੋਇਆ। ਅਤੇ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਅਸੀਂ ਲਿਸਟ ਵੀ ਸਾਂਝੀ ਕਰ ਦਾਂਗੇ, ਇੱਕ ਲਿੰਕ ਵੀ ਦੇ ਦਾਂਗੇ, ਸਟੂਡੈਂਟ ਉੱਥੋਂ ਵੀ ਚੈੱਕ ਕਰ ਸਕਦੇ। ਕਿਉਂਕਿ ਆਮ ਤੌਰ 'ਤੇ ਜਿਵੇਂ ਕੋਈ ਲੇਮੈਨ ਹੈਗਾ ਉਹ ਹਰ ਇੱਕ ਬੰਦੇ ਨੂੰ ਹਰ ਇੱਕ ਕਾਲਜ ਦਾ ਪਤਾ ਨਹੀਂ ਹੁੰਦਾ ਜਾਂ ਵੈਬਸਾਈਟ ਕਾਲਜ ਦੀ ਨਹੀਂ ਪਤਾ ਹੁੰਦੀ, ਤਾਂ ਉਹ ਜਾਣਕਾਰੀ ਮਿਲ ਨਹੀਂ ਪਾਉਂਦੀ। ਇਸ ਕਰਕੇ ਮੈਂ ਸਵਾਲ ਤੁਹਾਨੂੰ ਕੀਤਾ ਸੀ। ਪਰ ਸਟੂਡੈਂਟ ਜਿਸ ਟਾਈਮ 'ਤੇ ਅਪਲਾਈ ਕਰ ਰਿਹਾ, ਜਿੱਦਾਂ ਹੁਣ ਅਸੀਂ ਸੈਪਟੈਂਬਰ ਦੀਆਂ ਐਡਮਿਸ਼ਨਸ ਬਹੁਤ ਘੱਟ ਕੀਤੀਆਂ, ਅਸੀਂ ਪਹਿਲਾਂ ਹੀ ਫੋਕਸ ਕਰ ਰਹੇ ਹਾਂ ਕਿ ਜਨਵਰੀ ਇਨਟੇਕ ਦੇ ਲਈ ਅਪਲਾਈ ਕਰੀਏ। ਤਾਂ ਅਗਰ ਬੱਚਾ ਸਾਡੇ ਕੋਲ ਜਨਵਰੀ ਇਨਟੇਕ ਦੇ ਲਈ ਅਪਲਾਈ ਕਰਨ ਆਉਂਦਾ ਹੈ ਤਾਂ ਉਹ ਕਾਲਜ ਦੇ ਬਾਰੇ ਪਹਿਲੇ ਸਟੈਪ 'ਤੇ ਹੀ ਅਸੀਂ ਉਹਨੂੰ ਸਾਰੀ ਇਨਫੋਰਮੇਸ਼ਨ ਕਾਲਜ ਯੂਨੀਵਰਸਿਟੀ ਬਾਰੇ ਦੇਵਾਂਗੇ। ਬੱਚਾ ਪੁੱਛੇਗਾ ਤਦ ਵੀ, ਬਟ ਅਸੀਂ ਤਾਂ ਜ਼ਬਰਦਸਤੀ ਵੀ ਕਾਫੀ ਇਨਫੋਰਮੇਸ਼ਨ ਬੱਚੇ ਨੂੰ ਦੇ ਦਿੰਦੇ ਹਾਂ। ਬਾਕੀ ਇਹ ਬੱਚੇ ਦੀ ਚੋਇਸ ਹੈ ਕਿ ਉਹਨੇ ਕਿਹੜੇ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਣਾ। ਬਿਲਕੁਲ ਜਾਣਕਾਰੀ ਦੇਣਾ ਜ਼ਰੂਰੀ ਹੈ, ਕਿਉਂਕਿ ਬਿਨਾਂ ਜਾਣਕਾਰੀ ਜਾਂ ਅੱਧੀ ਅਧੂਰੀ ਜਾਣਕਾਰੀ ਖਤਰਨਾਕ ਵੀ ਕਈ ਵਾਰ ਸਾਬਤ ਹੋ ਜਾਂਦੀ ਹੈ। ਅੱਛਾ, ਹੋਰ ਕਿਹੜੀ ਗਾਈਡਲਾਈਨਸ ਤੁਸੀਂ 5 ਕਹੀਆਂ ਸੀਗੀਆਂ, ਹੁਣ ਕਿੰਨੀਆਂ ਕਵਰ ਹੋ ਚੁੱਕੀਆਂ ਨੇ? ਆਲਮੋਸਟ 3 ਤੋਂ 4 ਆਪਾਂ ਕਵਰ ਕਰ ਲਈਆਂ, 3 ਕਵਰ ਕਰ ਲਈਆਂ। ਚੌਥੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਉਹਨਾਂ ਬੱਚਿਆਂ ਦੇ ਵਾਸਤੇ ਹੈ ਜਿਨ੍ਹਾਂ ਦੇ 18 ਮਾਰਚ ਤੋਂ ਪਹਿਲਾਂ ਵੀਜ਼ਾ ਆ ਗਏ ਸੀ। ਉਹਦੇ ਵਿੱਚੋਂ ਵੀ ਬਹੁਤ ਸਾਰੇ ਬੱਚਿਆਂ ਨੂੰ ਕਲੈਰਿਟੀ ਨਹੀਂ ਹੈ ਕਿ ਕਿਹੜੇ ਇਸ ਟਾਈਮ 'ਤੇ ਜਾ ਸਕਦੇ ਆ, ਕਿਉਂਕਿ ਕੁਝ ਚਾਰਟਰ ਫਲਾਈਟਸ, ਸਪੈਸ਼ਲ ਫਲਾਈਟਸ ਵੀ ਚੱਲੀਆਂ ਜਿਨ੍ਹਾਂ 'ਚ ਕੁਝ ਬੱਚੇ ਗਏ ਵੀ ਅਤੇ ਕੁਝ ਬੱਚੇ ਕੈਨੇਡਾ ਏਅਰਪੋਰਟ ਤੋਂ ਮੁੜ ਕੇ ਵੀ ਵਾਪਸ ਆਏ। ਉਹਦੇ 'ਚ ਕਾਰਨ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਅਗਰ ਤੁਹਾਡਾ ਜਿਹੜਾ ਸਟੱਡੀ ਦਾ ਸੈਕਟਰ ਹੈ, ਤੁਹਾਡਾ ਜਿਹੜਾ ਟਰੈਵਲ ਹੈ ਉਹ ਐਸੈਂਸ਼ੀਅਲ ਸੈਕਟਰ ਦੇ ਵਿੱਚ ਆਉਂਦੀ ਹੈ, ਤਾਂ ਹੀ ਤੁਸੀਂ ਟਰੈਵਲ ਕਰ ਸਕਦੇ ਹੋ। ਐਸੈਂਸ਼ੀਅਲ ਸੈਕਟਰ ਮੀਨਸ ਕਿਸੇ ਬੱਚੇ ਦੀ ਸਟੱਡੀ ਇੱਦਾਂ ਦੀ ਹੈ ਕਿ ਜਿਹੜੀ ਉਹਦਾ ਕਾਲਜ ਕਹਿ ਰਿਹਾ ਕਿ ਆਨਲਾਈਨ ਨਹੀਂ ਹੋ ਸਕਦੀ। ਮੰਨ ਲਓ ਕੋਈ ਮੈਡੀਕਲ ਬੈਕਗਰਾਊਂਡ ਦਾ ਬੱਚਾ ਹੈਗਾ, ਉਹਦੀਆਂ ਲੈਬਸ ਦੇ ਵਿੱਚ ਕਲਾਸਿਸ ਲੱਗਣੀਆਂ, ਉਹਦੀ ਲੈਬੋਰਟਰੀਜ਼ ਹੈਗੀਆਂ, ਉਹਦੀਆਂ ਵਰਕਸ਼ਾਪਸ ਹੈਗੀਆਂ ਜਿਹੜੀਆਂ ਆਨਲਾਈਨ ਉਹ ਨਹੀਂ ਕਰ ਸਕਦਾ, ਉਹਨਾਂ ਨੇ ਐਗਜ਼ੈਂਪਟ ਕੀਤਾ ਹੈਗਾ ਕੈਟਾਗਰੀ ਤੋਂ। ਬਟ ਉਹਦੇ 'ਚ ਵੀ ਜਿਹੜਾ ਸਟੂਡੈਂਟ ਹੈ ਆਪਣੇ ਕਾਲਜ ਦੇ ਨਾਲ ਕੰਟੈਕਟ ਕਰਕੇ ਪ੍ਰੋਪਰ ਇਨਫੋਰਮੇਸ਼ਨ ਅਤੇ ਲੈਟਰ ਆਫ ਸਪੋਰਟ ਲੈ ਕੇ ਅਤੇ ਕਲੀਅਰ ਕੱਟ ਇਨਫੋਰਮੇਸ਼ਨ ਲੈ ਕੇ ਜਾਵੇ ਕਿ ਉਹ ਉੱਦਾਂ ਦਾ ਕੋਰਸ ਹੋਣ ਤੋਂ ਬਾਅਦ ਵੀ ਕੋਈ ਗਾਰੰਟੀ ਨਹੀਂ ਹੈ ਕਿ ਏਅਰਪੋਰਟ ਅਥਾਰਟੀਜ਼ ਜਾਂ CBSA ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਉਹਨਾਂ ਨੂੰ ਜਿਹੜੀ ਐਗਜ਼ੈਂਪਟ ਕਰ ਦੇਗੀ ਅਤੇ ਉਹਨਾਂ ਨੂੰ ਕਲੀਅਰੈਂਸ ਦੇ ਦੇਗੀ। ਇਹ ਸਟੂਡੈਂਟ ਨੇ ਆਪਣੇ ਕਾਲਜ ਦੇ ਨਾਲ ਰਾਬਤਾ ਕਾਇਮ ਕਰਕੇ ਪਹਿਲਾਂ ਸਾਰੀਆਂ ਚੀਜ਼ਾਂ ਕਲੀਅਰ ਕਰਕੇ ਫਿਰ ਜਾਣਾ। ਇਹ ਐਮਬੈਸੀ ਨੇ ਇਹ ਚੀਜ਼ ਕਲੀਅਰ ਕਰਤੀ ਹੈ। ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਗਾਈਡਲਾਈਨਸ ਨੇ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਜੇ ਫਿਰ ਵੀ ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਬਾਕੀ ਹੈ ਜਾਂ ਕੋਈ ਨਵਾਂ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ, ਤੁਸੀਂ BSBW ਕਰੀਅਰ ਬਿਲਡਰਸ ਦੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ। ਭਾਈ ਪਹਿਲੀ ਵੀਡੀਓ ਜਿਹੜੀ ਅਸੀਂ ਕੀਤੀ ਸੀ, ਤੁਸੀਂ 4 ਗੱਲਾਂ ਦੱਸੀਆਂ ਸੀ ਜੇਕਰ ਠੱਗੀ ਤੋਂ ਬਚਣਾ ਹੈ। ਕਿਸੇ ਵੀ ਬੰਦੇ ਨੇ, ਸਟੂਡੈਂਟਸ ਹੋਣ ਚਾਹੇ ਉਹ ਕੋਈ ਵੀ ਬੰਦਾ ਬਾਹਰ ਜਾਣ ਦਾ ਇੱਛੁਕ ਹੋਵੇ, ਅਤੇ ਸਵਾਲ ਵੀ ਬਹੁਤ ਆਏ ਸੀ। ਜ਼ਿਆਦਾ ਸਵਾਲ ਕਿਸ ਤਰ੍ਹਾਂ ਦੇ ਸੀ? ਜ਼ਿਆਦਾਤਰ ਸਵਾਲ ਇਸ ਤਰ੍ਹਾਂ ਦੇ ਸੀਗੇ ਕਿ ਸਟੂਡੈਂਟ ਪੁੱਛਦਾ ਹੈ ਕਿ ਅੱਜ ਮੈਂ ਇੱਥੋਂ ਕੈਨੇਡਾ ਅਪਲਾਈ ਕਰਨਾ ਹੈ ਤਾਂ VFS ਆਫਿਸਿਸ ਕਦੋਂ ਖੁੱਲ੍ਹਣਗੇ, ਫਲਾਈਟਾਂ ਕਦੋਂ ਸ਼ੁਰੂ ਹੋਣਗੀਆਂ। ਔਰ ਸਭ ਤੋਂ ਜ਼ਿਆਦਾ ਜਿਹੜੇ ਸਵਾਲ ਆਏ, ਹਾਲਾਂਕਿ ਉਹ ਟੌਪਿਕ ਅਸੀਂ ਕਵਰ ਕੀਤਾ ਸੀ ਵਿਦਾਊਟ ਆਇਲਸ ਵਾਲਾ, ਇਹਦੇ 'ਚ ਵੀ ਕੀਤਾ ਹੈ, ਫਿਰ ਵੀ ਸਟੂਡੈਂਟ ਕਹਿ ਰਿਹਾ ਕਿ ਜੀ ਮੇਰਾ ਤੁਸੀਂ ਕੈਨੇਡਾ ਵਿਦਾਊਟ ਆਇਲਸ ਕਰਵਾ ਦਿਓ। ਵਿਦਾਊਟ ਆਇਲਸ ਕਿਸੇ ਤਰੀਕੇ ਹੋ ਸਕਦਾ। ਇਨਫੈਕਟ ਇੱਕ ਬੱਚਾ ਅਤੇ ਉਹਦੇ ਫਾਦਰ ਮੇਰੇ ਕੋਲ ਆਏ, ਉਹਨਾਂ ਨੇ UK ਦਾ ਵੀਜ਼ਾ ਅਪਲਾਈ ਕਰਨਾ ਸੀ। UK ਦਾ ਵੀਜ਼ਾ ਅਪਲਾਈ ਕਰਨ ਦੇ ਲਈ ਉਹਨਾਂ ਨੇ ਆਇਲਸ ਨਹੀਂ ਸੀ ਕੀਤਾ ਹੋਇਆ। UK ਦੇ ਵਿੱਚ ਕੁਝ ਕਾਲਜਿਸ ਯੂਨੀਵਰਸਿਟੀਜ਼ ਵਿਦਾਊਟ ਆਇਲਸ ਵੀ ਐਡਮਿਸ਼ਨ ਲੈਂਦੀਆਂ, ਇਹ ਦੇਖ ਕੇ ਕਿ +2 ਦੇ ਨੰਬਰ ਅਗਰ ਇੰਗਲਿਸ਼ ਦੇ ਵਿੱਚ ਚੰਗੇ ਹੈਗੇ ਆ ਤਾਂ। ਉਹ ਮੇਰੇ ਕੋਲ ਆਏ ਅਤੇ ਆ ਕੇ ਮੈਨੂੰ ਕਹਿੰਦੇ ਕਿ ਮੈਂ ਉਹਨਾਂ ਦਾ ਦੇਖਿਆ ਅਤੇ ਉਹਨਾਂ ਦੀ ਜਿਹੜੀ ਸਟੱਡੀ ਸੀ
ਉਹ ਪੰਜਾਬੀ ਮੀਡੀਅਮ ਦੇ ਵਿੱਚ ਕੀਤੀ ਹੋਈ ਸੀ, ਇੰਗਲਿਸ਼ ਦੇ ਵਿੱਚ ਮਾਰਕਸ ਚੰਗੇ ਸੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਹ ਚੀਜ਼ ਆਪਣੇ ਸਕੂਲ ਤੋਂ ਲਿਖਵਾ ਕੇ ਲੈ ਆਓ ਕਿ +1 ਤੇ +2 ਜਿਹੜੀ ਬੱਚੇ ਨੇ ਹੈਗੀ ਹੈ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਕੀਤੀ ਹੈ। ਤਾਂ ਉਹਨਾਂ ਦੇ ਫਾਦਰ ਸਾਹਿਬ ਨੇ ਮੈਨੂੰ ਮੇਰੇ ਮੂੰਹ 'ਤੇ ਇਹ ਚੀਜ਼ ਕਲੀਅਰ ਕੱਟ ਕਹੀ ਕਿ ਸਰ ਏਜੰਟਾਂ ਦੇ ਕੋਲ ਤਾਂ ਸਾਰੇ ਤੌਰ ਤਰੀਕੇ ਹੁੰਦੇ ਆ, ਤੁਸੀਂ ਲੈਟਰ ਹੈਡ ਆਪ ਹੀ ਬਣਾ ਲਓ ਸਕੂਲ ਦਾ ਅਤੇ ਉਹਦੇ 'ਚ ਲਿਖ ਲਓ। ਹੁਣ ਮੈਂ ਕਿੱਥੇ ਸਕੂਲ ਜਾਊਂਗਾ, ਸਕੂਲ ਵਾਲਾ ਲਿਖ ਕੇ ਦੇਵੇ ਨਾ ਦੇਵੇ, ਸਾਨੂੰ ਇਹਨਾਂ ਚੀਜ਼ਾਂ ਦਾ ਬਹੁਤਾ ਜ਼ਿਆਦਾ ਤਾਂ ਪਤਾ ਨਹੀਂ ਹੈ। ਅਤੇ ਮੈਂ ਉਹਨਾਂ ਨੂੰ ਇਹ ਚੀਜ਼ ਕਲੀਅਰ ਕੱਟ ਉੱਥੇ ਕਹੀ ਕਿ ਦੇਖੋ, ਨਾ ਇਹ ਮੇਰਾ ਕੰਮ ਕਰਨ ਦਾ ਤਰੀਕਾ ਹੈ, ਨਾ ਮੈਂ ਇੱਦਾਂ ਕੰਮ ਕਰ ਸਕਦਾ। ਤੁਸੀਂ ਸਕੂਲ ਤੋਂ ਅਗਰ ਲਿਖਵਾ ਕੇ ਮੈਨੂੰ ਦੇ ਸਕਦੇ ਹੋ ਤਾਂ ਮੈਂ ਤੁਹਾਡਾ ਕੇਸ ਅੱਗੇ ਪ੍ਰੋਸੈਸ ਕਰ ਦੂੰਗਾ, ਅਗਰ ਸਕੂਲ ਨਹੀਂ ਲਿਖ ਕੇ ਦਿੰਦਾ ਤਾਂ ਮੈਂ ਉਹਦੇ 'ਚ ਕੁਛ ਨਹੀਂ ਕਰ ਸਕਦਾ। ਹੁਣ ਜਦੋਂ ਬੱਚੇ ਨੂੰ ਨਾਲ ਲੈ ਕੇ ਪੇਰੈਂਟਸ ਨਾਲ ਆ ਕੇ ਇੱਦਾਂ ਦੀਆਂ ਚੀਜ਼ਾਂ ਬੱਚੇ ਦੇ ਸਾਹਮਣੇ ਕਹਿਣਗੇ ਤਾਂ ਕੱਲ੍ਹ ਨੂੰ ਬੱਚਿਆਂ ਨੂੰ ਕਿਸ ਤਰ੍ਹਾਂ ਰੋਕਣਗੇ? ਨਹੀਂ, ਤੁਹਾਨੂੰ ਕਈ ਵਾਰ ਫੀਲ ਨਹੀਂ ਹੁੰਦਾ ਵੀ ਅਸੀਂ ਜਿਵੇਂ ਤੁਸੀਂ ਠੱਗੀ ਤੋਂ ਬਚਣ ਦੇ ਤਰੀਕੇ ਵੀ ਦੱਸੇ, ਵੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਤੁਸੀਂ ਠੱਗੀ ਤੋਂ ਬਚੋ, ਲੋਕ ਆਪ ਕਹਿ ਰਹੇ ਨੇ ਕੋਈ ਚੱਕਰ ਨਹੀਂ, ਤੁਸੀਂ 2 ਨੰਬਰ ਦਾ ਕੰਮ ਕਰੋ। ਦੇਖੋ, ਫਿਰ ਸਾਡਾ ਔਰ ਮੈਂ ਕਹੂੰਗਾ ਤੁਹਾਡਾ ਵੀ ਜਿਹੜਾ ਮੰਤਵ ਹੈਗਾ ਹੈ ਲੋਕਾਂ ਨੂੰ ਜਾਗਰੂਕ ਕਰਨ ਦਾ, ਜਦੋਂ ਫਿਰ ਵੀ ਲੋਕ ਆ ਕੇ ਇਹ ਚੀਜ਼ ਕਹਿਣਗੇ ਤਾਂ ਅੱਜ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਠੀਕ ਹੈ, ਮੈਂ ਤੁਹਾਡਾ ਅਪਲਾਈ ਨਹੀਂ ਕਰਦਾ। ਜਾਂ ਹੋਰ ਬਹੁਤ ਸਾਰੇ ਲੋਕ ਜਿੱਦਾਂ ਸਾਡੀਆਂ ਡਿਸਟ੍ਰਿਕਟ ਲੈਵਲ 'ਤੇ ਜਾਂ ਸਾਡੀ ਪੰਜਾਬ ਲੈਵਲ 'ਤੇ ਐਸੋਸੀਏਸ਼ਨਸ ਬਣੀਆਂ ਹੋਈਆਂ। ਪੰਜਾਬ ਲੈਵਲ 'ਤੇ ਸਾਡੀ ਐਸੋਸੀਏਸ਼ਨ ਪਸਾਕਾ ਹੈਗੀ ਹੈ, ਪੰਜਾਬ ਸਟੱਡੀ ਅਬਰੋਡ ਕੰਸਲਟੈਂਟਸ ਐਸੋਸੀਏਸ਼ਨ, ਜਾਂ ਲੁਧਿਆਣਾ ਲੈਵਲ 'ਤੇ ਸਾਡੀ ਸਾਕਾ ਐਸੋਸੀਏਸ਼ਨ ਹੈਗੀ ਹੈ, ਸਟੱਡੀ ਅਬਰੋਡ ਕੰਸਲਟੈਂਟਸ ਐਸੋਸੀਏਸ਼ਨ। ਤਾਂ ਉਹਦੇ ਤਕਰੀਬਨ ਜਿੰਨੇ ਵੀ ਮੈਂਬਰ ਹੈਗੇ ਆ ਸਾਰੇ ਲਾਇਸੈਂਸ ਹੋਲਡਰ ਹੈ, ਸਾਰੇ ਜੈਨੂਨ 1 ਨੰਬਰ ਦਾ ਕੰਮ ਕਰਨ ਵਾਲੇ ਮੈਂਬਰ ਹੈ। ਉਹ ਲੋਕ ਵੀ ਟਾਈਮ ਟੂ ਟਾਈਮ ਅਵੇਅਰਨੈਸ ਕੈਂਪੇਨ ਚਲਾਉਂਦੇ ਰਹਿੰਦੇ ਆ। ਉਹ ਲੋਕ ਵੀ ਗਾਈਡ ਕਰਦੇ ਆ ਕਿ ਤੁਸੀਂ ਜਿਹੜੇ ਇੱਦਾਂ ਦੇ ਗਲਤ ਰਸਤੇ ਨਾ ਅਪਣਾਓ। ਫਿਰ ਜਦੋਂ ਹੁਣ ਹਰ ਬੰਦਾ ਇੱਕੋ ਜਿਹਾ ਨਹੀਂ ਹੈਗਾ, 5 ਬੰਦੇ ਮਨਾ ਕਰ ਦੇਣਗੇ, 6ਵਾਂ ਬੰਦਾ ਕਹੂਗਾ ਠੀਕ ਹੈ ਮੈਂ ਅਪਲਾਈ ਕਰ ਦੂੰਗਾ, ਅਤੇ ਜਦੋਂ ਉੱਥੇ ਪੈਸੇ ਫਸਣੇ ਆ ਤਾਂ ਸਾਡੀ ਸਾਰੀ ਦੀ ਸਾਰੀ ਏਜੰਟ ਕਮਿਊਨਿਟੀ ਜਿਹੜੀ ਕਹੀ ਜਾਂਦੀ ਹੈ ਉਹ ਸਾਰੀ ਦੀ ਸਾਰੀ ਬਦਨਾਮ ਹੁੰਦੀ ਹੈ ਕਿਸੇ ਇੱਕ ਬੰਦੇ ਕਰਕੇ। ਪਰ ਇਹ ਚੀਜ਼ ਨੂੰ ਇਹ ਨੱਥ ਉਦੋਂ ਹੀ ਪੈਣੀ ਹੈ ਜਦੋਂ ਕਲਾਇੰਟ ਅਵੇਅਰ ਹੋਊਗਾ ਅਤੇ ਕਲਾਇੰਟ ਖੁਦ ਇੱਦਾਂ ਦੀਆਂ ਪ੍ਰੈਕਟਿਸਿਸ ਕਰਨੀਆਂ ਬੰਦ ਕਰੂਗਾ। ਫਿਰ ਹੀ ਜੋ ਇੱਕ ਅਸੀਂ ਮੁੱਦਾ ਲੈ ਕੇ ਚੱਲ ਰਹੇ ਹਾਂ ਜਾਂ ਤੁਹਾਡਾ ਮੁੱਦਾ ਹੈਗਾ, ਫਿਰ ਹੀ ਉਹ ਸਫਲ ਹੋ ਸਕਦਾ ਹੈ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਮੇਰੇ ਖਿਆਲ ਦੇ ਵਿੱਚ ਤੁਹਾਨੂੰ ਆਈਲੈਟਸ ਨੂੰ ਲੈ ਕੇ ਜਿਹੜੇ ਸਵਾਲ ਸੀ ਉਹ ਵੀ ਕਲੀਅਰ ਹੋਏ ਹੋਣਗੇ, ਅਤੇ ਕੈਨੇਡਾ ਦੀਆਂ ਨਵੀਆਂ ਗਾਈਡਲਾਈਨਸ ਬਾਰੇ ਵੀ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਵੇਗਾ। ਇੱਕ ਹੱਥ ਜੋੜ ਕੇ ਮੇਰੀ ਬੇਨਤੀ ਹੈ ਵੀ ਕਿਸੇ ਕੋਲ ਵੀ ਜਾ ਕੇ ਤੁਸੀਂ ਇਹ ਨਾ ਕਹੋ ਕਿ ਤੁਸੀਂ ਆਪੇ ਹੀ ਦੇਖ ਲਓ, ਕੋਈ ਸਰਟੀਫਿਕੇਟ ਬਣਵਾਉਣਾ ਹੈ ਜਾਂ ਕੋਈ ਗੈਪ ਕਲੀਅਰ ਕਰਨਾ ਹੈ। ਜੇਕਰ ਅਗਲਾ ਬੰਦਾ ਵੀ ਯਾਨੀ ਕਿ ਟਰੈਵਲ ਏਜੰਟ ਵੀ ਤੁਹਾਨੂੰ ਇਹ ਕਹਿੰਦਾ ਇਹ ਚੀਜ਼, ਤਾਂ ਪਹਿਲਾਂ ਹੀ ਅਲਰਟ ਹੋ ਜਾਓ ਕਿ ਉਹ ਬੰਦਾ ਠੀਕ ਨਹੀਂ। ਤਾਂ ਠੱਗਾਂ ਤੋਂ ਮੈਂ ਬਾਰ-ਬਾਰ ਕਹਿ ਰਿਹਾ ਬਚੋ। ਅਤੇ ਜੇਕਰ ਕੋਈ ਵੀ ਸਵਾਲ ਤੁਹਾਡੇ ਜ਼ਿਹਨ ਵਿੱਚ ਹੋਵੇ, BSBW ਕਰੀਅਰ ਬਿਲਡਰਸ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਦ ਖਬਰਸਾਰ ਨੂੰ ਵੀ ਤੁਸੀਂ ਫ਼ੋਨ ਕਾਲ ਜਾਂ ਫਿਰ ਮੈਸੇਜ ਰਾਹੀਂ ਸਵਾਲ ਕਰ ਸਕਦੇ ਹੋ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।